गुजरात की बम्पर जीत के बाद अब भारतीय जनता पार्टी के सभी दफ्तरों में कुछ इसी तरीके का माहौल दिखाई पड़ रहा है। अभी चंडीगढ़ का बीजेपी दफ्तर है जहां पर कि गुजरात की जीत का जश्न मनाया जा रहा है, मगर इस जीत का जश्न तब फीका पड़ जाता है जब दिल्ली एमसीडी के हार की बात होती है और हिमाचल चुनाव की हार की बात होती है। इस हार को लेकर कहीं ना कहीं ये जश्न फीका पड़ जाता है। हालांकि गुजरात में बीजेपी ने अपनी सत्ता कायम रखी है, मगर जब हिमाचल के चुनाव को लेकर या दिल्ली एमसीडी के चुनाव को लेकर बात करते हैं तो क्या कहते हैं बीजेपी के नेता, वो सुनना आपको जरूरी है। मगर आज की तारीख में सबसे ज़्यादा असमंजस में बीजेपी के हिमाचल के राज्य के नेताओं को है, क्योंकि ना तो वह बधाई दे सकते हैं ना ही अपनी खुशियां मना सकते हैं। कोई खुशियां इसलिए नहीं मना सकते क्योंकि हिमाचल में चुनाव हार चुके हैं, और बधाई इसलिए दे सकते हैं क्योंकि चुनाव हारे हुए हैं, तो बधाई दें तो किस तरीके से। तो सबसे ज़्यादा दिक्कत आज जो जिन हिमाचल के बीजेपी के नेताओं को सबसे ज़्यादा समस्या है कि वो क्या करें और क्या ना करें। पर जीत हुई है, क्या कहेंगे? ਇਹ ਬੜਾ ਹੀ ਇਤਿਹਾਸਿਕ ਦਿਨ ਹੈ ਅੱਜ ਦੇਸ਼ ਦੇ ਲਈ, ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇ ਨੇਤਰਤਵ ਦੇ ਵਿੱਚ, ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ, ਔਰ ਗੁਜਰਾਤ ਬੀਜੇਪੀ ਨੇ ਜਿਹੜਾ 27 ਸਾਲ ਦੇ ਵਿੱਚ ਗੁਜਰਾਤ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਆ ਉਹਨੂੰ ਜਨਤਾ ਨੇ ਸਰਾਹਿਆ ਹੈ। ਔਰ ਜਿਹੜੀਆਂ ਵੀ ਪਾਰਟੀਆਂ, ਮੈਂ ਕਹਾਂਗਾ ਕਿ ਕਾਂਗਰਸ ਨੇ ਤਾਂ ਚੁਣਾਵ 'ਤੇ ਸਰੈਂਡਰ ਹੀ ਕਰ ਦਿੱਤਾ ਸੀ। ਰਾਹੁਲ ਗਾਂਧੀ, ਸੋਨੀਆ ਗਾਂਧੀ ਨੇ ਚੁਣਾਵ ਦੇ ਵਿੱਚ, ਗੁਜਰਾਤ ਚੁਣਾਵ ਦੇ ਵਿੱਚ ਔਰ ਹਿਮਾਚਲ ਚੁਣਾਵ ਦੇ ਵਿੱਚ ਕੋਈ ਪਾਰਟਿਸਪੇਸ਼ਨ ਨਹੀਂ ਕੀਤੀ। ਅੱਜ ਜੇ ਹਿਮਾਚਲ ਦੇ ਵਿੱਚ ਵੀ ਕਾਂਗਰਸ ਜਿੱਤ ਦੀ ਤਰਫ ਵੱਧ ਰਹੀ ਹੈ ਤਾਂ ਉਹਦੇ ਵਿੱਚ ਉਹਨਾਂ ਦਾ ਸਭ ਨਾਲ ਜਿਹੜਾ ਸ਼ੀਰਸ਼ ਨੇਤਰਤਵ ਹੈ ਉਹਦਾ ਕੋਈ ਯੋਗਦਾਨ ਨਹੀਂ ਹੈ। ਇਹ ਕਾਂਗਰਸ ਲਈ ਅੱਜ ਕਾਂਗਰਸ ਆਪਣੇ ਆਪ ਨੂੰ ਜਿੱਤ ਕੇ ਵੀ ਅਨਾਥ ਮਹਿਸੂਸ ਕਰ ਰਹੀ ਹੋਏਗੀ। ਔਰ ਦੂਸਰੀ ਤਰਫ ਆਮ ਆਦਮੀ ਪਾਰਟੀ ਜਿਹੜਾ ਗੁਜਰਾਤ ਦੇ ਵਿੱਚ ਕਲੇਮ ਕਰਦੀ ਸੀ ਵੱਡੇ ਅੱਜ 4 ਤੋਂ ਘੱਟ ਸੀਟਾਂ 'ਤੇ ਸਿਮਟ ਰਹੀ ਹੈ। ਨਰਿੰਦਰ ਮੋਦੀ ਜੀ ਇਸ ਦੇਸ਼ ਦੇ ਸ਼ੀਰਸ਼ ਨੇਤਾ ਰਹੇ ਨੇ, ਰਹਿਣਗੇ, ਔਰ ਦੇਸ਼ ਦੀ ਜਨਤਾ ਜਿਹੜਾ ਨਰਿੰਦਰ ਮੋਦੀ ਜੀ ਨੂੰ ਦਿਲੋਂ ਪਿਆਰ ਕਰਦੀ ਹੈ। ਪਰ ਹਿਮਾਚਲ 'ਚ ਕਿਉਂ ਲੱਗਦਾ ਕਿ ਡਬਲ ਇੰਜਨ ਦੀ ਸਰਕਾਰ ਉੱਥੇ ਕਿਉਂ ਨਹੀਂ ਬਣਦੀ ਨਜ਼ਰ ਆਉਂਦੀ? ਕਿਉਂ ਹੋਈ? ਹਿਮਾਚਲ ਦੇ ਕਈ ਕਾਰਨ ਰਹੇ ਆ ਜੀ। ਹਿਮਾਚਲ ਦੇ ਵਿੱਚ ਸੀਟਾਂ ਦੇ ਵਿੱਚ ਅੱਜ ਅਸੀਂ ਕੁਝ ਪਿਛੜੇ ਆ, ਉਹਦੀ ਕਈ ਵਜ੍ਹਾ ਰਹੀ ਆ। ਉਹਦਾ ਪਾਰਟੀ ਜਿਹੜਾ ਹੈ ਐਨਾਲਿਸਿਸ ਕਰੇਗੀ। ਸਾਡੇ ਬਹੁਤ ਸਾਰੇ ਰੈਬਲ ਕੈਂਡੀਡੇਟਸ ਖੜੇ ਹੋਏ ਜਿਹਦੀ ਵਜ੍ਹਾ ਨਾਲ ਪਾਰਟੀ ਨੂੰ ਜਿਹੜਾ ਹੈਗਾ ਪਾਰਟੀ ਦਾ ਵੋਟ ਡਿਵਾਈਡ ਹੋਇਆ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੀਜ਼ਨਸ ਰਹੇ ਨੇ, ਲੇਕਿਨ ਮੈਂ ਸਮਝਦਾ ਕਿ ਹਲੇ ਵੀ ਹਿਮਾਚਲ ਦੇ ਵਿੱਚ ਜਿਹੜਾ ਹੈ ਜਿਸ ਤਰੀਕੇ ਦੇ 6 ਲੀਡਰ ਨੇ, ਅੱਜ ਹਿਮਾਚਲ ਕਾਂਗਰਸ ਜਿਹੜੀ ਹੈ ਕਈ ਫਾੜ ਹੈ, 2 ਫਾੜ ਨਹੀਂ ਕਈ ਫਾੜ ਹੈ। ਹਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਉਹ ਹਲੇ ਸਾਨੂੰ ਮੈਨੂੰ ਲੱਗਦਾ ਵੇਟ ਐਂਡ ਵਾਚ ਕਰਨਾ ਚਾਹੀਦਾ। ਕਾਂਗਰਸ ਦੇ ਜਿੰਨੇ ਵੀ ਜੇਤੂ ਵਿਧਾਇਕ ਨੇ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਉੱਥੇ ਨਹੀਂ ਸੀ, ਦੂਜੇ ਪਾਸੇ ਬੀਜੇਪੀ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੋਣ, ਪੀਐਮ ਹੋਣ, ਚਾਹੇ ਉਹਨਾਂ ਦੇ ਸੀਐਮ ਅਲੱਗ-ਅਲੱਗ ਸਟੇਟਾਂ ਦੇ ਹੋਣ, ਉਹਨਾਂ ਨੇ ਪੂਰਾ ਜ਼ੋਰ ਚੁੱਕਿਆ। ਉਸ ਦੇ ਬਾਵਜੂਦ ਹਿਮਾਚਲ ਦੇ ਵਿੱਚ ਹਾਰ ਮਿਲੀ ਹੈ। ਨਹੀਂ ਇਹ ਸਭ ਜਗ੍ਹਾ ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਹਰ ਚੁਣਾਵ ਨੂੰ, ਚਾਹੇ ਉਹ ਮਿਊਨਿਸਪੈਲਿਟੀ ਦਾ ਚੁਣਾਵ ਹੋਵੇ, ਚਾਹੇ ਉਹ ਕਿਸੇ ਅਸੈਂਬਲੀ ਦਾ ਚੁਣਾਵ ਹੋਵੇ, ਚਾਹੇ ਉਹ ਲੋਕ ਸਭਾ ਦੇ ਚੁਣਾਵ ਹੋਣ, ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਚੁਣਾਵ ਪ੍ਰਚਾਰ ਦੇ ਵਿੱਚ ਉਤਰਦੇ ਨੇ। ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਚੁਣਾਵ ਪ੍ਰਚਾਰ ਦੇ ਵਿੱਚ ਉਤਰਦੀ ਹੈ। ਨੈਸ਼ਨਲ ਪ੍ਰੈਜ਼ੀਡੈਂਟ ਦੀ ਹੋਮ ਸਟੇਟ ਹਾਰਿਓ ਤੁਸੀਂ। ਨਹੀਂ ਇਸ ਤਰ੍ਹਾਂ ਦਾ ਇਹ ਸਾਰਿਆਂ ਦਾ ਯੋਗਦਾਨ ਹੁੰਦਾ। ਜਦੋਂ ਜਿੱਤਦੇ, ਅੱਜ ਜੇ ਗੁਜਰਾਤ ਦੇ ਵਿੱਚ ਜਿੱਤੇ ਆ ਤੇ ਉੱਥੇ ਵੀ ਨੱਡਾ ਜੀ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ। 15 साल का दिल्ली का एमसीडी भी आप हारे हैं, आप ये भी देख लें। ਮੈਂ ਉੱਥੋਂ ਦੇ ਸਾਰੇ ਅਸੀਂ ਕਾਰਨ ਜਾਣਦੇ ਹਾਂ। ਲੋਕਲ ਬੋਡੀਜ਼ ਦਾ ਚੁਣਾਵ ਇੱਕ ਹੋਰ ਤਰੀਕੇ ਦਾ ਚੁਣਾਵ ਹੈ। ਦਿੱਲੀ ਦੇ ਵਿੱਚ ਜਿਸ ਤਰੀਕੇ ਦੀ ਫਰੀਬੀਜ਼ ਦੇ ਜਾਲ ਦੇ ਵਿੱਚੋਂ, ਉਹ ਮੋਹ ਮਾਇਆ ਦੇ ਵਿੱਚੋਂ ਉਹਨਾਂ ਦੇ ਜਿਹੜੇ ਉਹਨਾਂ ਵਰਗਲਾਉਂਦੇ ਨੇ, ਉਹ ਚੀਜ਼ਾਂ ਤੋਂ ਹਲੇ ਮੈਂ ਸਮਝਦਾ ਕਿ ਹਲੇ ਸਮੇਂ ਲੱਗੇਗਾ। ਦਿੱਲੀ ਦੀ ਜਨਤਾ ਜਲਦੀ ਹੋਈ ਆਮ ਆਦਮੀ ਪਾਰਟੀ ਦਾ ਸਾਥ ਜਾਣੇਗੀ। ਨਹੀਂ ਬਿਲਕੁਲ ਅਸੀਂ ਪ੍ਰਯਾਸ ਕਰ ਰਹੇ ਸੀ ਕਿ ਇਸ ਵਾਰ ਅਸੀਂ ਰਿਵਾਜ ਬਦਲਾਂਗੇ ਔਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉੱਤਰ ਪ੍ਰਦੇਸ਼ ਦੇ ਔਰ ਉੱਤਰਾਖੰਡ ਦੇ ਵਿੱਚ ਵੀ ਅਸੀਂ ਕਰਕੇ ਦਿਖਾਇਆ ਸੀਗਾ, ਲੇਕਿਨ ਮੈਂ ਸਮਝਦਾ ਕਿ ਇਸ ਦੇ ਕਈ ਕਾਰਨ ਰਹੇ ਨੇ। ਸਾਡੀਆਂ ਸੀਟਾਂ ਜ਼ਰੂਰ ਘੱਟ ਆਈਆਂ ਨੇ। ਮੈਂ ਕਿਹਾ ਕਿ ਹਲੇ ਵੇਟ ਐਂਡ ਵਾਚ ਕਰੀਏ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਸ਼ਾਇਦ ਕਾਂਗਰਸ ਦਾ ਆਪਣਾ ਕਾਂਗਰਸ ਜਿਹੜੀ ਆਪਣੇ ਜੇਤੂ ਵਿਧਾਇਕਾਂ ਨੂੰ ਕਹਿ ਰਹੀ ਹੈ ਚੰਡੀਗੜ੍ਹ ਆਉਣ ਨੂੰ, ਉਸ ਤੋਂ ਬਾਅਦ ਰਾਏਪੁਰ ਸ਼ਿਫਟ ਕਰਨ ਦੀ ਗੱਲ ਹੋ ਰਹੀ ਹੈ। ਕਹਿੰਦੇ ਕਿ ਖਰੀਦੋ ਫਰੋਖਤ ਹੋ ਸਕਦੀ, ਉਹਨਾਂ ਦੀ ਭਾਜਪਾ ਕਰ ਸਕਦੀ ਹੈ। ਇਹਦੇ 'ਚ ਮੈਨੂੰ ਲੱਗਦਾ ਅਸੀਂ ਕਿਸੇ ਦੀ ਖਰੀਦੋ ਫਰੋਖਤ ਨਾ ਕਰਦੇ ਆ ਨਾ ਕਰਾਂਗੇ, ਨਾ ਅੱਜ ਤੱਕ ਕੀਤੀ ਆ। ਮੋਦੀਆਂ ਨੇ ਕਿਹਾ ਜੀ ਉਹਨਾਂ ਦੇ ਕਾਉਂਸਲਰਸ ਨੂੰ ਅਪਰੋਚ ਕਰਨਾ ਸ਼ੁਰੂ ਕਰਤਾ। ਨਹੀਂ ਇਹ ਮੈਂ ਇਹੀ ਹੁੰਦਾ ਜਦੋਂ ਆਪਣਾ ਘਰ ਟੁੱਟਦਾ ਨਜ਼ਰ ਆਂਦਾ ਹੁੰਦਾ ਹੈ ਉਦੋਂ ਦੂਸਰੇ ਤੇ ਆਰੋਪ ਮੜੇ ਜਾਂਦੇ ਆ। ਅੱਜ ਤੱਕ ਇਹ ਗੁਜਰਾਤ ਦੇ ਵਿੱਚ ਕਿਉਂ ਨਹੀਂ ਹੁੰਦਾ? ਅੱਜ ਤੱਕ ਇਹ ਹੋਰ ਸਟੇਟਾਂ ਜਿੱਥੇ ਵੀ ਬੀਜੇਪੀ ਬਹੁਮਤ ਦੇ ਵਿੱਚ ਆਉਂਦੀ ਆ ਉੱਥੇ ਬੀਜੇਪੀ ਦੇ ਵਿਧਾਇਕ ਕਿਉਂ ਨਹੀਂ ਟੁੱਟਦੇਗੇ? ਅੱਜ ਤੱਕ ਇਹ ਬਾਕੀ ਸਾਰੀ ਪਾਰਟੀਆਂ ਦੇ ਵਿੱਚ ਆਪਸ ਦਾ ਜਿਹੜਾ ਅੰਤਰਕਲਹ ਹੈ ਇਹ ਉਸ ਦੀ ਵਜ੍ਹਾ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਹੈ।
ਅੱਜ ਦੇਸ਼ ਦੀ ਜਨਤਾ ਨਰਿੰਦਰ ਮੋਦੀ ਜੀ ਦੇ ਨੇਤਰਤਵ ਨੂੰ ਮੰਨਦੀ ਹੈ। ਉਸੇ ਤਰੀਕੇ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਜੇ ਕੋਈ ਵਿਕਾਸ ਕਰ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਨਰਿੰਦਰ ਮੋਦੀ ਜੀ ਔਰ ਉਹਨਾਂ ਦੇ ਬਾਕੀ ਸਾਰੇ ਜਿਹੜੇ ਸ਼ੀਰਸ਼ ਨੇਤਾ ਨੇ ਉਹੀ ਜਿਹੜੇ ਆ ਦੇਸ਼ ਨੂੰ ਵਿਕਾਸ ਦੀ ਤਰਫ ਲੈ ਕੇ ਜਾ ਰਹੇ ਨੇ ਔਰ ਹੋਰ ਵਿਕਾਸ ਦੀ ਤਰਫ ਜਿਹੜਾ ਹੈਗਾ ਉਹ ਦੇਸ਼ ਨੂੰ ਲਿਜਾਣ ਦੇ ਲਈ ਭਾਰਤੀ ਜਨਤਾ ਪਾਰਟੀ ਪ੍ਰਯਾਸ ਕਰ ਰਹੀ ਹੈ। 1962 ਦੇ ਵਿੱਚ ਗੁਜਰਾਤ ਦੇ ਵਿੱਚ ਪਹਿਲਾ ਇਲੈਕਸ਼ਨ ਹੋਇਆ ਸੀ। ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਕੇ 27 ਸਾਲਾਂ ਤੋਂ ਬਾਅਦ ਅੱਜ 32 ਸਾਲ ਸਰਕਾਰ ਦੇ ਹੁਣ ਜਾ ਰਹੇ ਨੇ, 5 ਸਾਲ ਹੋਰ ਮਿਲੇ ਨੇ ਔਰ ਅੱਜ ਤੱਕ ਦੀ ਸਭ ਨਾਲੋਂ ਵੱਡੀ ਗੁਜਰਾਤ ਦੀ ਜਿਹੜੀ ਜਿੱਤ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਦਰਜ ਕੀਤੀ ਹੈ। ਅਮਿਤ ਸ਼ਾਹ ਜੀ ਨੇ ਪਹਿਲਾਂ ਹੀ ਘੋਸ਼ਣਾ ਕੀਤੀ ਸੀਗੀ ਅਸੀਂ 150 ਪਲੱਸ ਸੀਟਾਂ ਜਿਹੜੀਆਂ ਹੈ ਉਹ ਜਿੱਤਾਂਗੇ ਔਰ ਗੁਜਰਾਤ ਦੇ ਵਿੱਚ ਅਸੀਂ ਉਹ ਕਰਕੇ ਦਿਖਾਇਆ। मैडम आज बीजेपी की बंपर जीत हुई गुजरात में, क्या कहेंगी? मैं सब तो पहला तो बीजेपी के सारे कार्यकर्ता मोदी जी ਨੂੰ ਸਭ ਨੂੰ ਬਹੁਤ ਵਧਾਈ ਦਿੰਦੀ ਹੈ ਕਿ ਹਮੇਸ਼ਾ ਮਤਲਬ ਉਹਨਾਂ ਨੂੰ ਮੋਦੀ ਜੀ ਦੇ ਨੀਤੀਆਂ ਤੇ ਪੂਰਾ ਵਿਸ਼ਵਾਸ ਸੀਗਾ। ਗੁਜਰਾਤ ਦੀ ਜਨਤਾ ਨੇ ਜੋ ਦਿਖਾਤਾ कि ਇੰਨੀ ਭਾਰੀ ਜਿੱਤ ਨਾਲ मोहम्मद ਨਾਲ कि मोदी जी हमेशा मोदी जी है तो मुमकिन है। मगर आपका हिमाचल आपके हाथ से चला गया है जो, और दिल्ली एमसीडी चली गई, उस पर भी क्या कहेंगी? गुजरात की तो जीत तो देख ली, हिमाचल पे क्या कहेंगी? और दिल्ली एमसीडी गई। दिल्ली एमसीडी में ऐसा नहीं है कि बीजेपी की देखो कम आई है, 104 आई है, ये कोई छोटी बात तो है नहीं, ऐसे बात नहीं है। और हिमाचल में भी ये नहीं है कि बीजेपी बिल्कुल पीछे है, पर हार जीत तो बनी हुई है, कोई बात नहीं है। पर फिर भी मैं उन सबको फिर भी बहुत बधाई देती हूँ।